ਬਣਦਾ ਹੋਇਆ ਸਾਹਿਬ ਆਪ ਤਾਂ ਆਉਂਦੇ ਨਹੀਂ, ਉਹਨੇ ਆਪਦੇ ਜਵਾਈ ਨੂੰ ਇਹ ਹਲਕਾ ਦਾਜ ਦਿੱਤਾ ਵੀ ਜੋ ਮਰਜ਼ੀ ਕਰੀ ਜਾ, ਆਪ ਆਉਂਦਾ ਨਹੀਂ। ਜਿਹੜੇ ਸਦੀਕ ਸਾਹਿਬ ਬਹੁਤ ਵਧੀਆ ਇਨਸਾਨ ਹੈ, ਪਰ ਜਿਹੜੇ ਸਦੀਕ ਸਾਹਿਬ ਦਾ ਜਾਣੀ ਕਿ ਸਦੀਕ ਸਾਹਿਬ ਨੂੰ ਕੈਪਚਰ ਕੀਤਾ ਹੋਇਆ ਉਹਦੇ ਜਵਾਈ ਨੇ, ਜਿਹੜੀ ਸਦੀਕ ਸਾਹਿਬ ਦੀ ਬੇਟੀ ਆ ਉਹਨੂੰ ਹੁਣ ਇਹ ਮੂਹਰੇ ਪ੍ਰੈਫਰੈਂਸ ਕਰਦੇ ਆ, ਉਹਨਾਂ ਨੂੰ ਇਲੈਕਸ਼ਨ ਲੜਾਉਣ ਨੂੰ ਇੱਥੇ ਫਿਰਦੇ ਆ, ਇਸ ਕਰਕੇ ਇਹ ਸਾਰਾ ਕੁਝ ਕਰ ਰਹੇ ਆ। ਕਾਂਗਰਸ ਦੋ ਫਾੜ ਇੱਥੇ, ਮੁਹੰਮਦ ਸਦੀਕ ਲੱਗ ਨੇ, ਤੁਸੀਂ ਵੀ ਕਾਂਗਰਸ ਵਿੱਚ ਹੈਗੇ ਹੋ, ਤੁਸੀਂ ਲੱਗ ਹੋ, ਦੋ ਪਾਸੇ ਵੰਡੀ ਹੈ। ਨਹੀਂ, ਕਾਂਗਰਸ ਪਾਰਟੀ ਦੋ ਪਾਸੇ ਨਹੀਂ ਵੰਡੀ, ਸਾਡੇ ਵਿਚਾਰ ਵੱਖਰੇ ਵੱਖਰੇ ਆ। ਜੇ ਮੁਹੰਮਦ ਸਦੀਕ ਦੀ ਬੇਟੀ ਨੂੰ ਜੇ ਟਿਕਟ ਲਈ ਦਾਅਵੇਦਾਰੀ ਠੋਕੀ ਜਾਊਗੀ, ਤੁਸੀਂ ਵਿਰੋਧ ਕਰੋਗੇ? ਜੇ ਟਿਕਟ ਲੈਣ ਤੋਂ ਪਹਿਲਾਂ ਅਸੀਂ ਪੂਰਾ ਵਿਰੋਧ ਕਰਾਂਗੇ, ਕਿਉਂਕਿ ਉਹ ਹੱਕਦਾਰ ਹੀ ਨਾ ਇੱਥੋਂ ਦੀ ਉਹ ਰਹਿਸ਼ ਆ ਉਹਨਾਂ ਦੀ। ਸਦੀਕ ਸਾਹਿਬ ਦਾ ਜਿਹੜਾ ਜਵਾਈ ਸੀਨੀਅਰ ਕਾਂਗਰਸੀ ਲਿਖ ਕੇ ਤੇ ਹਲਕਾ ਇੰਚਾਰਜ ਦੇ ਤੌਰ ਤੇ ਇੱਥੇ ਵਿਚਰਦਾ, ਉਹ ਕਾਂਗਰਸ ਦਾ ਮੁੱਢਲਾ ਮੈਂਬਰ ਵੀ ਹੈ ਨਹੀਂਗਾ। ਲੇਡੀਜ਼ ਦਾ ਨਾਮ ਲਿਆ ਸੀ ਤੁਸੀਂ, ਜਿਸ 'ਚ ਕਹਿੰਦੇ ਸੀ ਕਿ ਉਹਨਾਂ ਦੇ ਆਰਐਸਐਸ ਨਾਲ ਸੰਬੰਧ ਨੇ, ਔਰ ਮੁਹੰਮਦ ਸਦੀਕ ਉਹਨਾਂ ਨੂੰ ਸਪੋਰਟ ਕਰਦੇ ਨੇ। ਜਿਹਦੀ ਸਦੀਕ ਸਾਹਿਬ ਮਦਦ ਕਰ ਰਹੇ ਆ, ਜਿਹਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾ ਰਹੇ ਆ ਸੁਮਨ ਦੇਵੀ, ਉਹਦੇ ਜਿਹੜੇ ਹਸਬੈਂਡ ਆ ਉਹ ਆਰਐਸਐਸ ਦੇ ਅਖਿਲ ਭਾਰਤੀਏ ਜਿਹੜੀ ਹਿੰਦੂ ਮਹਾਸਭਾ ਬਣੀ ਆ ਉਹਦੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਆ, ਅਹਿਮ ਮੈਂਬਰ ਆ। ਜਵੇਦ ਅਖਤਰ ਆ ਜਿਹੜੀ ਸਦੀਕ ਸਾਹਿਬ ਦੀ ਬੇਟੀ, ਉਹ ਮੇਰੇ ਨਾਲ ਲੈ ਜਾਂ ਸਦੀਕ ਸਾਹਿਬ ਦੇ ਜਵਾਈ ਸਾਹਿਬ ਆ ਜਿਹੜੇ, ਉਹ ਮੇਰੇ ਨਾਲ ਬੈਠ ਕੇ ਭਲਾ ਦੀ ਕਿਤੇ ਮਰਜ਼ੀ ਗੱਲ ਕਰਨਾ, ਮੈਂ ਹਰ ਇੱਕ ਪਿੰਡ 'ਚ 50-50 60-60 ਬੰਦਿਆਂ ਦੇ ਨਾਂ ਗਿਣਾ ਦੂੰਗਾ ਤੇ ਉਹ ਦੋ ਬੰਦਿਆਂ ਦੇ ਨਾਂ ਗਿਣਾ ਕੇ ਦਿਖਾਉਣ ਵੀ ਸਦੀਕ ਸਾਹਿਬ ਕਿ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਸਾਡੇ ਹਰ ਵਾਰੀ ਬਦਲ ਕੇ ਆਉਂਦਾ, ਕੋਈ ਨਵਾਂ ਆ ਜੇ, ਵਧੀਆ ਆ ਜੇ, ਅਸੀਂ ਉਹਦੇ ਨਾਲ ਦਿਲੋਂ ਚੱਲਾਂਗੇ, ਇਹਨਾਂ ਨਾਲ ਨਹੀਂ ਚੱਲਦੇ। ਇਹਨਾਂ ਨੇ ਧੋਖਾ ਕੀਤਾ ਲੋਕਾਂ ਨਾਲ। ਤਾਂ ਫਿਰ ਤੁਹਾਨੂੰ ਕੀ ਲੱਗਦਾ ਟਿਕਟ ਦਾ ਦਾਅਵੇਦਾਰ ਕੌਣ ਹੋ ਸਕਦਾ? ਇਹ ਤਾਂ ਹਾਈ ਕਮਾਂਡ ਦਾ ਫੈਸਲਾ ਜੀ, ਕਿਸੇ ਨੂੰ ਲਾ ਸਕਦੇ। ਉਹੀ ਜੇ ਹਾਈ ਕਮਾਂਡ ਨੇ ਉਹਨਾਂ ਨੂੰ ਲਾਤਾ, ਫਿਰ ਅਸੀਂ ਉਹਨਾਂ ਦੇ ਉਲਟ ਚੱਲਾਂਗੇ। ਕੋਈ ਕਾਂਗਰਸੀ ਆ ਜਿਹੜਾ ਕੋਈ ਪੁਰਾਣਾ ਕਾਂਗਰਸੀ ਆ, ਟਕਸਾਲੀ ਕਾਂਗਰਸੀ ਆ, ਜੇ ਉਹ ਪ੍ਰਧਾਨ ਬਣਦਾ ਤਾਂ ਸਦੀਕ ਸਾਹਿਬ ਨੂੰ ਉਹ 'ਤੇ ਕੀ ਇਤਰਾਜ਼ ਹੋਣਾ ਚਾਹੀਦਾ। ਰਾਜ ਤਾਂ ਉਹਨੂੰ ਇਹ ਵੀ ਤੁਸੀਂ ਵੀ ਉਹਨਾਂ ਦੇ ਖਿਲਾਫ ਬੋਲਦੇ ਹੋ, ਰਾਜ ਤਾਂ ਉਸ ਪਾਸੋਂ ਵੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਕਾਂਗਰਸ ਦੇ ਵਿੱਚ ਲਗਾਤਾਰ ਹੀ ਮੀਟਿੰਗਾਂ ਦਾ ਦੌਰ ਜਾਰੀ ਹੈ, ਤਾਂ ਦੂਸਰੇ ਪਾਸੇ 2022 ਦੀਆਂ ਟਿਕਟਾਂ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਸ਼ਸ਼ੋਪਨ ਬਣੀ ਹੋਈ ਹੈ। ਅਸੀਂ ਸਮੇਂ ਮੌਜੂਦ ਹਾਂ ਮੁਹੰਮਦ ਸਦੀਕ ਦੇ ਹਲਕੇ ਦੇ ਵਿੱਚ। ਗੁਰਸੇਵਕ ਸਿੰਘ ਨਾਲ ਗੱਲਬਾਤ ਕਰਾਂਗੇ। ਯੂਥ ਕਾਂਗਰਸ ਦੇ 3 ਵਾਰ ਪ੍ਰਧਾਨ ਰਹਿ ਚੁੱਕੇ ਨੇ। ਲਗਾਤਾਰ ਹੀ ਕਾਂਗਰਸ ਦੀਆਂ ਮੀਟਿੰਗਾਂ ਵੀ ਜਾਰੀ ਨੇ, ਪਰ ਸਿੱਟਾ ਕੀ ਨਿਕਲਦਾ 2022 ਦੀਆਂ ਚੋਣਾਂ ਨੂੰ ਲੈ ਕੇ? ਕਿ ਵਾਕਈ ਟਿਕਟਾਂ ਦੀ ਵੰਡ ਜਦੋਂ ਹੋਏਗੀ ਕਾਟੋ ਕਲੇਸ਼ ਨਹੀਂ ਮੱਚੇਗਾ? ਗੁਰਸੇਵਕ ਸਿੰਘ ਨਾਲ ਗੱਲਬਾਤ ਕਰਾਂਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਕਾਫੀ ਗੰਭੀਰ ਇਲਜ਼ਾਮ ਲਗਾਏ ਸੀ ਮੁਹੰਮਦ ਸਦੀਕ ਦੇ ਉੱਤੇ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਪੰਜਾਬ ਨਿਊਜ਼ ਦਾ ਧੰਨਵਾਦ ਕਰਦਾ ਜੈਤੋਂ ਆਉਣ 'ਤੇ। ਤੁਹਾਡੀ ਬੰਦੀ ਨਹੀਂ ਮੁਹੰਮਦ ਸਦੀਕ ਦੇ ਨਾਲ, ਤੁਸੀਂ ਕਾਂਗਰਸ ਦੇ ਵਿੱਚ 3 ਵਾਰੀ ਯੂਥ ਪ੍ਰਧਾਨ ਰਹਿ ਚੁੱਕੇ ਹੋ, ਇਲਜ਼ਾਮ ਵੀ ਲਗਾਏ ਨੇ ਲਗਾਤਾਰ ਪਿਛਲੀ ਵਾਰੀ, ਉਸ ਤੋਂ ਬਾਅਦ ਵੀ ਇਲਜ਼ਾਮ ਦਾ ਸਿਲਸਿਲਾ ਜਾਰੀ ਹੈ। ਸਮੱਸਿਆ ਕੀ ਤੁਹਾਨੂੰ ਮੁਹੰਮਦ ਸਦੀਕ ਨਾਲ? ਨਹੀਂ, ਮੁਹੰਮਦ ਸਦੀਕ ਜੀ ਨਾਲ ਸਮੱਸਿਆ ਨਹੀਂ ਹੈਗੀ ਗੀ, ਨਾ ਹੀ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨਾਲ ਬਣਦੀ ਨਹੀਂ, ਬਣਦੀ ਸੀ। ਮੈਂ 4 ਸਾਲ ਦਿਨ ਪਰ ਰਾਤ ਉਹਨਾਂ ਦੇ ਨਾਲ ਹੀ ਰਹਿ ਕੇ ਕੰਮ ਕੀਤਾ, ਪਾਰਟੀ ਦੇ ਲਈ, ਉਹਨਾਂ ਦੇ ਲਈ, ਠੀਕ ਹੈ, ਕੰਮ ਕੀਤਾ। ਪਰ ਹੁਣ ਜਿਹੜੇ ਹਾਲਾਤ ਆ, ਕਿਉਂਕਿ ਅਸੀਂ ਜਿਹੜਾ ਸਾਡਾ ਇੱਕ ਪਰਿਵਾਰ ਆ ਕਾਂਗਰਸ ਪਾਰਟੀ, ਪਰ ਜੇ ਕਾਂਗਰਸ ਪਾਰਟੀ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਗਲਤ ਕੰਮ ਹੁੰਦਾ ਤਾਂ ਉਹਨੂੰ ਰੋਕਣਾ ਵੀ ਸਾਡਾ ਹੀ ਫਰਜ਼ ਬਣਦਾ। ਇਸ ਕਰਕੇ ਹੁਣ ਜਿਹੜੇ ਸਾਡੇ ਜੈਤੋ ਦੇ ਵਿੱਚ ਜਿਹੜਾ ਇਹ ਚੱਲ ਰਿਹਾ ਦੌਰ ਚੱਲ ਰਿਹਾ, ਸਾਡੇ ਐਮਐਸਸੀ ਦੇ ਇਲੈਕਸ਼ਨ ਹੋਏ, ਉਹਨਾਂ ਦੇ ਵਿੱਚ ਸਦੀਕ ਸਾਹਿਬ ਨੇ ਟਿਕਟਾਂ ਦਿੱਤੀਆਂ, ਕੁਛ ਬੰਦੇ ਹਾਰ ਗਏ। ਹੁਣ ਪ੍ਰਧਾਨ ਦੀ ਚੋਣ ਹੋਈ, ਚੋਣ ਦੇ ਵਿੱਚ ਸਰਜੀਤ ਸਿੰਘ ਬਾਬਾ ਸੀਨੀਅਰ ਕਾਂਗਰਸੀ ਆਗੂ ਹੈਗੇ ਆ, ਪਿਛਲੇ 30 ਸਾਲ ਤੋਂ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਦਿਨ ਪਰ ਰਾਤ ਸੇਵਾ ਕਰ ਰਹੇ ਆ। ਜਿੰਨੇ ਵੀ ਲੀਡਰ ਇੱਥੇ ਆਏ, ਚਾਹੇ ਉਹ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਸੀ, ਚਾਹੇ ਉਹ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਸੀ, ਉਹਨਾਂ ਦੇ ਵਿੱਚ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਜਿਹੜਾ ਵੀ ਕੈਂਡੀਡੇਟ ਸੀ, ਹਾਲਾਂਕਿ ਹੈ ਕੈਂਡੀਡੇਟ ਸਾਰੇ ਬਾਹਰੋਂ ਹੀ ਆਏ ਸੀ, ਪਰ ਉਹਨਾਂ ਨੇ ਬਿਨਾਂ ਮਤਭੇਦ ਸਾਰੀ ਉਹਨਾਂ ਨੇ ਉਹ ਪਾਰਟੀ ਦੇ ਲੈਵਲ 'ਤੇ ਰੱਖ ਕੇ ਉਹਨਾਂ ਨੇ ਸੇਵਾ ਕੀਤੀ। ਪਰ ਅੱਜ ਜਦੋਂ ਉਹਨਾਂ ਨੂੰ ਪ੍ਰਧਾਨਗੀ ਵਾਸਤੇ ਪੰਜਾਬ ਕਾਂਗਰਸ ਵੱਲੋਂ, ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਨੋਮੀਨੇਟ ਕੀਤਾ, ਜਾਂ ਉਹਨਾਂ ਦੇ ਨਾਂ ਦਾ ਜਿਹੜਾ ਲਿਫਾਫਾ ਇਹ ਕਹਿ ਰਹੇ ਆ ਵੀ ਆਇਆ, ਤਾਂ ਉਹ ਸਦੀਕ ਸਾਹਿਬ ਨੂੰ ਉਹ 'ਤੇ ਗੁੱਸਾ ਆ ਗਿਆ। ਉਸੇ ਗੱਲ 'ਤੇ ਅਸੀਂ ਅੜ ਗਏ ਵੀ ਜਦੋਂ ਕੋਈ ਕਾਂਗਰਸੀ ਆ, ਜਿਹੜਾ ਕੋਈ ਪੁਰਾਣਾ ਕਾਂਗਰਸੀ ਆ, ਟਕਸਾਲੀ ਕਾਂਗਰਸੀ ਆ, ਜੇ ਉਹ ਪ੍ਰਧਾਨ ਬਣਦਾ ਤਾਂ ਸਦੀਕ ਸਾਹਿਬ ਨੂੰ ਉਹ 'ਤੇ ਕੀ ਇਤਰਾਜ਼ ਹੋਣਾ ਚਾਹੀਦਾ? ਕਿਉਂ ਇਤਰਾਜ਼ ਆ? ਉਹੀ ਗੱਲ ਦੀ ਸਾਡੀ ਇੱਕ ਜਿਹੜੀ ਇੱਕ ਮਤਭੇਦ ਆ, ਹੋਰ ਕੋਈ ਨਹੀਂ ਗੀ ਸਾਡੀ ਗੱਲ। ਰਾਜ ਤੁਹਾਨੂੰ ਇਹ ਵੀ ਤੁਸੀਂ ਵੀ ਉਹਨਾਂ ਦੇ ਖਿਲਾਫ ਬੋਲਦੇ ਹੋ, ਰਾਜ ਤਾਂ ਉਸ ਪਾਸੋਂ ਵੀ ਹੈ। ਨਹੀਂ, ਖਿਲਾਫ ਨਹੀਂ ਜੀ, ਮੈਂ ਇਹ ਗੱਲ ਕਹਿ ਰਿਹਾ ਸਦੀਕ ਸਾਹਿਬ ਬਹੁਤ ਸੀਨੀਅਰ ਆ, ਸਮਝਦਾਰ ਆ, ਸਾਡੇ ਬਜ਼ੁਰਗਾਂ ਦੇ ਲੈਵਲ 'ਤੇ ਹੈਗੇ, ਉਮਰ ਦੇ ਹੈਗੇ ਆ, ਅਸੀਂ ਉਹਨਾਂ ਨਾਲ ਕੰਮ ਰਲ ਕੇ ਕੀਤਾ। ਪਰ ਮੈਂ ਵੀ 25 ਸਾਲ ਤੋਂ ਮੈਂ ਵੀ ਕਾਂਗਰਸ ਦੇ ਇੱਥੇ ਬਤੌਰ ਕੰਮ ਕੀਤਾ ਗਾ, ਇਲੈਕਸ਼ਨਾਂ ਲੜੀਆਂ। 2017 ਦੇ ਵਿੱਚ ਵੀ ਮੈਂ
ਅਪਲਾਈ ਕੀਤਾ ਸੀ ਉਦੋਂ ਸਾਡੀ ਸਦੀਕ ਸਾਹਿਬ ਨਾਲ ਗੱਲਬਾਤ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਉੱਥੇ ਚੰਡੀਗੜ੍ਹ ਸਾਡੀਆਂ ਮੀਟਿੰਗਾਂ ਹੋਈਆਂ ਸੀ ਤੇ ਉਹਨਾਂ ਨੇ ਉਦੋਂ ਕਹਿਤਾ ਸੀ ਵੀ ਸਦੀਕ ਸਾਹਿਬ ਚਲੋ ਸੀਨੀਅਰ ਆ, ਇਹਨਾਂ ਨੂੰ ਐਤਕੀ ਆਪਾਂ ਮੌਕਾ ਦੇਣਾ, ਤੁਹਾਡੇ ਵਾਸਤੇ ਸਮਾਂ ਬਹੁਤ ਪਿਆ ਹੈਗਾ ਤੇ ਕਾਂਗਰਸ ਦਾ ਹੀ ਸਮਾਂ ਅੱਗੇ ਤੇ ਤੁਹਾਨੂੰ ਅਸੀਂ ਬਾਅਦ ਚ ਟਿਕਟਾਂ ਦੇਵਾਂਗੇ। ਪਰ ਹੁਣ ਇੱਕ ਗੱਲ ਤਾਂ ਇਹ ਹੋ ਗਈ ਜਿਹੜੀ ਮੈਂ 2017 ਦੇ ਵਿੱਚ ਤੁਸੀਂ ਦਾਅਵੇਦਾਰ ਹੈਗੇ ਸੀ, ਐਮਐਲਏ ਇਲੈਕਸ਼ਨ ਲੜਨੇ ਸੀ, ਟਿਕਟ ਮੰਗੀ ਸੀ ਤੁਸੀਂ? ਹਾਂਜੀ ਮੈਂ ਟਿਕਟ ਅਪਲਾਈ ਕੀਤੀ ਸੀ। ਅਪਲਾਈ ਜਿਹੜਾ ਟਿਕਟ ਕਰਨ ਦਾ ਸੀਗਾ ਸਿਸਟਮ ਬਹੁਤ ਗੁੰਝਲਦਾਰ ਸੀ, ਵੱਡਾ ਸੀ। ਉਸ ਦੇ ਰਾਹੀਂ ਅਸੀਂ ਉਦੋਂ ਟਿਕਟਾਂ ਅਪਲਾਈ ਕੀਤੀਆਂ, ਟਿਕਟਾਂ ਉੱਥੇ ਸਾਰੀ ਫਾਈਲ ਪਹੁੰਚ ਚੁੱਕੀ, ਸਾਰਾ ਕੁਝ ਹੋਇਆ, ਮੀਟਿੰਗਾਂ ਚੱਲੀਆਂ, ਉਹਦੇ ਵਿੱਚ ਬਕਾਇਦਾ ਸਿਲੈਕਸ਼ਨ ਹੋਈ ਕਿਉਂਕਿ ਮੈਂ ਯੂਥ ਕਾਂਗਰਸ ਵੱਲੋਂ ਟਿਕਟ ਮੰਗਦਾ ਸੀ। ਮੁਹੰਮਦ ਸਦੀਕ ਨੇ ਉਸ ਵੇਲੇ ਕੀ ਕਿਹਾ ਸੀ? ਜੇ ਤੁਹਾਨੂੰ ਟਿਕਟ, ਤੁਸੀਂ ਦਾਅਵੇਦਾਰ ਹੈਗੇ ਸੀ, ਤੁਸੀਂ ਅਪਲਾਈ ਕੀਤਾ ਤੇ ਮੁਹੰਮਦ ਸਦੀਕ ਨੇ ਫਿਰ ਤੁਹਾਡੀ ਕਿਹੜੀ ਗੱਲਬਾਤ ਹੋਈ ਸੀ? ਉਦੋਂ ਸਦੀਕ ਸਾਹਿਬ ਵੀ ਕਹਿੰਦੇ ਸੀਗੇ ਵੀ ਗੁਰਸੇਵਕ ਜੀ ਤੁਸੀਂ ਨੌਜਵਾਨ ਹੈਗੇ ਹੋ, ਕਾਂਗਰਸ ਪਾਰਟੀ ਵਾਸਤੇ ਬਹੁਤ ਸਮਾਂ ਅੱਗੇ, ਵੀ ਮੇਰੀ ਤਾਂ ਇਹ ਲਾਸਟ, ਕਿਉਂਕਿ ਮੇਰੀ ਇਹ ਜਿਹੜੀ ਉਮਰ ਆ ਉਹ ਮੇਲ ਨਹੀਂ ਖਾਂਦੀਗੀ ਰਾਜਨੀਤੀ ਦੇ ਨਾਲ ਤੇ ਵੀ ਮੈਨੂੰ ਪ੍ਰੋਬਲਮਾਂ ਹੈਗੀਆਂ, ਇਸ ਕਰਕੇ ਮੈਂ ਆਹ ਟਰਮ ਦੇ ਵਿੱਚ ਇਲੈਕਸ਼ਨ ਲੜ ਕੇ ਇਸ ਤੋਂ ਬਾਅਦ ਮੈਂ ਇਲੈਕਸ਼ਨ ਨਹੀਂ ਲੜੂੰਗਾ। 19 ਚ ਲੜੀ ਇਲੈਕਸ਼ਨ ਫਿਰ ਮੁਹੰਮਦ ਜੀ? ਹਾਂ, ਫਿਰ ਇਸ ਤੋਂ ਬਾਅਦ ਜਦੋਂ ਪਾਰਟੀ ਨੇ ਉਹਨਾਂ ਨੂੰ ਐਮਪੀ ਦੀ ਟਿਕਟ ਦੇਤੀ ਤੇ ਫਿਰ ਇਹਨਾਂ ਨੇ ਐਮਪੀ ਦੇ ਜਿਹੜੇ ਇਲੈਕਸ਼ਨ ਲੜੇ ਆ, ਕਿਰਪਾ ਕੀਤੀ ਆ ਪਾਰਟੀ ਦੇ ਹਰ ਇੱਕ ਵਰਕਰ ਨੇ ਦਿਨ ਪਰ ਰਾਤ ਮਿਹਨਤ ਕਰਕੇ ਇਹਨਾਂ ਨੂੰ ਪੂਰੀਆਂ ਵੋਟਾਂ ਦੇ ਨਾਲ ਜਿਤਾਇਆ ਜੀ। ਪਰ ਹੁਣ ਜਿਹੜਾ ਟਕਸਾਲੀ ਕਾਂਗਰਸੀਆਂ ਦੇ ਉਲਟ ਹੋਏ ਜਾ ਰਹੇ ਆ, ਇਹ ਕੰਮ ਮਾੜਾ ਉਹਨਾਂ ਵਾਸਤੇ। ਨਹੀਂ, ਉਲਟ ਕਿਉਂ ਹੁੰਦੇ ਪਏ ਨੇ? ਤੁਸੀਂ ਹੁਣ ਜ਼ਿਕਰ ਵੀ ਕਰ ਰਹੇ ਸੀ, ਮੀਡੀਆ ਸਾਹਮਣੇ ਗੱਲਾਂ ਵੀ ਰੱਖੀਆਂ ਕਿ ਉਹਨਾਂ ਜਵਾਈ ਤੇ ਕੁੜੀ ਨੂੰ ਲੈ ਕੇ ਬੜਾ ਦਬਦਬਾ ਹੈਗਾ ਜੈਤੋ ਦੇ ਵਿੱਚ, ਗੱਲ ਸਹੀ ਹੈ? ਹਾਂਜੀ, ਜਿਹੜੇ ਸਦੀਕ ਸਾਹਿਬ ਬਹੁਤ ਵਧੀਆ ਇਨਸਾਨ ਹੈ, ਪਰ ਜਿਹੜੇ ਸਦੀਕ ਸਾਹਿਬ ਦਾ ਜਾਣੀ ਕਿ ਸਦੀਕ ਸਾਹਿਬ ਨੂੰ ਕੈਪਚਰ ਕੀਤਾ ਹੋਇਆ ਉਹਦੇ ਜਵਾਈ ਨੇ, ਠੀਕ ਹੈ, ਕਿਉਂਕਿ ਉਹ ਜਵਾਈ ਹੈ ਜਿਹੜਾ, ਉਹ ਤਾਂ ਆਪ ਤਾਂ ਹੈਗਾ ਜਨਰਲ ਕੈਟਾਗਰੀ 'ਚ, ਉਹ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ, ਪਰ ਜਿਹੜੀ ਸਦੀਕ ਸਾਹਿਬ ਦੀ ਬੇਟੀ ਆ ਉਹਨੂੰ ਹੁਣ ਇਹ ਮੂਹਰੇ ਪ੍ਰੈਫਰੈਂਸ ਕਰਦੇ ਆ, ਉਹਨਾਂ ਨੂੰ ਇਲੈਕਸ਼ਨ ਲੜਾਉਣ ਨੂੰ ਇੱਥੇ ਫਿਰਦੇ ਆ। ਇਸ ਕਰਕੇ ਇਹ ਸਾਰਾ ਕੁਝ ਕਰ ਰਹੇ ਆ ਵੀ ਜੇਕਰ ਇੱਥੇ ਕਿਸੇ ਕਾਂਗਰਸੀ ਨੂੰ ਅਸੀਂ ਪਾਵਰ ਦਿੱਤੀ ਤਾਂ ਉਹ ਸਾਡੇ ਵਾਸਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਵਾਸਤੇ ਨੁਕਸਾਨਦੇਹ ਹੋਊਗਾ। ਇਸ ਕਰਕੇ ਉਹਨਾਂ ਨੇ ਜਿਹੜਾ ਵੀ ਇਹ ਸਿਸਟਮ ਆਪਦੀ ਸੋਚ ਮੁਤਾਬਕ ਬਣਾਇਆ ਵੀ ਇੱਥੋਂ ਕਿਸੇ ਕਾਂਗਰਸੀ ਨੂੰ ਉੱਠਣ ਹੀ ਨਾ ਦਿਓ, ਤਾਂ ਸਾਰਿਆਂ ਨੂੰ ਦਬਾ ਕੇ ਰੱਖੋ ਤਾਂ ਜੋ ਆਪਣਾ ਜਿਹੜਾ ਇੱਥੇ ਦਬਦਬਾ ਬਣਿਆ ਰਹੇ ਤੇ ਆਪਾਂ ਆਪਦਾ ਮੌਜ ਨਾਲ ਜਿਹੜੀ ਰਾਜਨੀਤੀ ਚਲਾਈ ਚੱਲੀਏ। ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ, ਲੱਗਦਾ ਕਾਂਗਰਸ ਦੋ ਫਾੜ ਇੱਥੇ, ਮੁਹੰਮਦ ਸਦੀਕ ਅਲੱਗ ਨੇ, ਤੁਸੀਂ ਵੀ ਕਾਂਗਰਸ ਵਿੱਚ ਹੈਗੇ ਹੋ, ਤੁਸੀਂ ਅਲੱਗ ਹੋ, ਦੋ ਪਾਸੇ ਵੰਡੀ ਹੈ? ਨਹੀਂ, ਕਾਂਗਰਸ ਪਾਰਟੀ ਦੋ ਪਾਸੇ ਨਹੀਂ ਵੰਡੀ, ਸਾਡੇ ਵਿਚਾਰ ਵੱਖਰੇ ਵੱਖਰੇ ਆ, ਵਿਚਾਰ ਹੋ ਸਕਦੇ ਆ ਵੱਖਰੇ ਵੱਖਰੇ, ਕਿਸੇ ਦੇ ਵੀ ਹੋ ਸਕਦੇ ਆ। ਪਰ ਵਿਚਾਰਾਂ ਨਾਲ ਫਿਰ ਪਾਰਟੀ ਦਾ ਢਾਲ ਲੱਗਦੀ ਹੈ। ਤੁਸੀਂ ਠੀਕ ਹੈ ਗੱਲ ਰੱਖ ਰਹੇ ਹੋ, ਟਿਕਟ ਤੁਸੀਂ ਵੀ ਜਿਵੇਂ ਕੀਤੀ ਗੱਲ ਵੀ 2017 ਵਿੱਚ ਦਾਅਵੇਦਾਰੀ ਠੋਕੀ ਸੀ ਟਿਕਟ ਲਈ, ਜੇ ਮੁਹੰਮਦ ਸਦੀਕ ਦੀ ਬੇਟੀ ਨੂੰ ਜੇ ਟਿਕਟ ਲਈ ਦਾਅਵੇਦਾਰੀ ਠੋਕੀ ਜਾਊਗੀ ਤੁਸੀਂ ਵਿਰੋਧ ਕਰੋਗੇ? ਪੂਰਾ ਕਰਾਂਗੇ ਜੀ, ਜੇ ਟਿਕਟ ਲੈਣ ਤੋਂ ਪਹਿਲਾਂ ਅਸੀਂ ਪੂਰਾ ਵਿਰੋਧ ਕਰਾਂਗੇ, ਕਿਉਂਕਿ ਉਹ ਹੱਕਦਾਰ ਹੀ ਨਹੀਂ, ਨਾ ਇੱਥੋਂ ਦੀ ਉਹ ਰਿਹਾਇਸ਼ ਆ ਉਹਨਾਂ ਦੀ, ਠੀਕ ਹੈ, ਨਾ ਉੱਥੇ ਉਹਨਾਂ ਦਾ ਕੋਈ ਸਿਸਟਮ ਹੈਗਾ। ਹਾਲਾਂਕਿ ਉਹ ਪਾਰਟੀ ਦੇ ਮੈਂਬਰਸ਼ਿਪ ਵੀ ਹੈ ਨਹੀਂ ਉਹਨਾਂ ਕੋਲੇ। ਸਦੀਕ ਸਾਹਿਬ ਦਾ ਜਿਹੜਾ ਜਵਾਈ ਸੀਨੀਅਰ ਕਾਂਗਰਸੀ ਲਿਖ ਕੇ ਤੇ ਹਲਕਾ ਇੰਚਾਰਜ ਦੇ ਤੌਰ ਤੇ ਇੱਥੇ ਵਿਚਰਦਾ, ਉਹ ਕਾਂਗਰਸ ਦਾ ਮੁੱਢਲਾ ਮੈਂਬਰ ਵੀ ਹੈ ਨਹੀਂਗਾ, ਕਿਤੇ ਵੀ ਇੱਕ ਥਾਂ ਤੇ ਦਿਖਾ ਦੇ ਮੈਂ ਭਾਈ ਮੁੱਢਲਾ ਮੈਂਬਰ ਵੀ ਹਾਂ। ਸਿਰਫ ਸਦੀਕ ਸਾਹਿਬ ਦੇ ਨਾਂ ਤੇ ਹੀ ਰਾਜਨੀਤੀ ਕਰ ਰਹੇ ਆ ਉਹ। ਤੁਸੀਂ ਪਾਸੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਲੈ ਕੇ ਚੋਣਾਂ ਹੋਈਆਂ ਸੀ, ਉਸ ਵਿੱਚ ਬੜਾ ਬਵਾਲ ਮੱਚਿਆ ਸੀ। ਤੁਸੀਂ ਵੀ ਹੁਣ ਜ਼ਿਕਰ ਕਰ ਰਹੇ ਸੀ ਲਾਸਟ ਸਮੇਂ ਕਿ ਇੱਕ ਲੇਡੀਜ਼ ਦਾ ਨਾਮ ਲਿਆ ਸੀ ਤੁਸੀਂ, ਜਿਸ 'ਚ ਕਹਿ ਰਹੇ ਸੀ ਕਿ ਉਹਨਾਂ ਦੇ ਆਰਐਸਐਸ ਨਾਲ ਸੰਬੰਧ ਨੇ ਔਰ ਮੁਹੰਮਦ ਸਦੀਕ ਉਹਨਾਂ ਨੂੰ ਸਪੋਰਟ ਕਰਦੇ ਨੇ। ਹਾਂਜੀ, ਜਿਹੜੀ ਵੱਡੀ ਗੱਲ ਇੱਕ ਹੋਰ ਵੀ ਹੈ ਜਿਹੜੀ ਹੁਣ ਗੱਲ ਨਿਕਲ ਕੇ ਆ ਰਹੀ ਆ, ਅਸੀਂ ਵਿਰੋਧ ਕਰਨ ਦਾ ਸਾਡਾ ਮਕਸਦ ਇਹ ਦੂਜਾ ਇਹ ਆ ਵੀ ਜਿਹਦੀ ਸਦੀਕ ਸਾਹਿਬ ਮਦਦ ਕਰ ਰਹੇ ਆ, ਜਿਹਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾ ਰਹੇ ਆ ਸੁਮਨ ਦੇਵੀ, ਉਹਦੇ ਜਿਹੜੇ ਹਸਬੈਂਡ ਆ ਉਹ ਆਰਐਸਐਸ ਦੇ ਅਖਿਲ ਭਾਰਤੀ ਜਿਹੜੀ ਹਿੰਦੂ ਮਹਾਸਭਾ ਬਣੀ ਆ ਉਹਦੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਆ, ਅਹਿਮ ਮੈਂਬਰ ਆ। ਇੱਥੇ ਉਹ ਅਕਾਲੀ ਦਲ ਨਾਲ ਜੁੜੇ ਹੋਏ ਆ, ਜਿਹੜੀ ਉਹਨਾਂ ਦਾ ਜਿਹੜਾ ਇੱਥੋਂ ਦਾ ਸਿਸਟਮ ਆ ਉਹ ਅਕਾਲੀ ਦਲ ਦੇ ਨਾਲ ਅਟੈਚ ਆ, ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਵੀ ਜੁੜੇ ਹੋਏ ਆ। ਤੇ ਐਤਕੀ ਉਹਨਾਂ ਨੇ ਸਦੀਕ ਸਾਹਿਬ ਦੇ ਜ਼ਰੀਏ ਟਿਕਟ ਲੈ ਕੇ ਤੇ ਉਹ ਹੁਣ ਐਮਸੀ ਬਣ ਗਏ ਆ ਕਾਂਗਰਸ ਵੱਲੋਂ, ਤੇ ਸਦੀਕ ਸਾਹਿਬ ਉੱਤੇ ਹੁਣ ਜ਼ੋਰ ਲਾ ਰਹੇ ਵੀ ਉਸੇ ਨੂੰ। ਹਾਲਾਂਕਿ ਇੱਕ ਵੀ ਕਾਂਗਰਸੀ ਉਹਨਾਂ ਤੇ ਖੁਸ਼ ਨਹੀਂ, ਇੱਕ ਵੀ। ਜਿਹੜੇ ਸਾਡੇ ਪੁਰਾਣੇ ਕਾਂਗਰਸੀ ਆ ਨਾ, ਚਲੋ ਜਿਹੜੇ ਹੁਣ ਸਦੀਕ ਸਾਹਿਬ ਨਾਲ ਕੋਈ 2 ਸਾਲਾਂ ਤੋਂ ਜਾਂ ਸਾਲ ਤੋਂ ਕਾਂਗਰਸੀ ਬਣੇ, ਨਵੇਂ ਕਾਂਗਰਸੀ, ਉਹ ਤਾਂ ਹੋ ਸਕਦੇ ਆ ਸਹਿਮਤ, ਪੁਰਾਣਾ ਕਾਂਗਰਸੀ ਇੱਕ ਵੀ ਨਹੀਂ ਉਹਨਾਂ ਨਾਲ ਸਹਿਮਤ ਇਸ ਗੱਲ ਤੇ। ਤੁਸੀਂ ਉਹਨਾਂ ਦੇ ਪਰਿਵਾਰ ਨਾਲ ਨਹੀਂ ਚੱਲੋਗੇ ਟਿਕਟ ਮਿਲਦੀ ਤਾਂ? ਨਹੀਂ, ਉਹ ਮੌਕੇ ਤੇ ਵੇਖਾਂਗੇ ਅਸੀਂ, ਜਿਹੜੀ ਸਾਡੀ ਕੋਈ ਰਣਨੀਤੀ ਬਣਦੀ। ਪਹਿਲੀ ਗੱਲ ਤਾਂ ਇਹ ਹੈ ਟਿਕਟ ਅਸੀਂ ਲੈਣ ਨਹੀਂ ਦਿੰਦੇ, ਕਿਉਂਕਿ ਅਸੀਂ ਸਾਰੇ ਕਾਂਗਰਸੀ ਪਾਰਟੀ ਦੇ ਜਿੰਨੇ ਇੱਥੋਂ ਦੇ ਹਲਕਾ ਵਿਧਾਨ ਸਭਾ ਹਲਕਾ ਜੈਤੋ ਦੇ ਕਾਂਗਰਸੀ ਅਸੀਂ ਇਕੱਠੇ ਆ। ਉਹਨਾਂ ਵਿੱਚ ਪਵਨ ਗੋਇਲ ਜੀ ਆ, ਸਤਪਾਲ ਡੋੜ ਜੀ ਆ, ਹੋਰ ਵੀ ਬਹੁਤ ਸਾਰੇ ਸੀਨੀਅਰ ਜਿੰਨੇ ਵੀ ਹਨ, ਮੈਂ ਨਾਂ ਸਾਰਿਆਂ ਦੇ ਨਹੀਂ ਲੈਂਦਾ, ਵੀ ਸਾਰਿਆਂ ਦੀ ਤਕਰੀਬਨ ਮਨ ਦੀ ਇੱਛਾ ਇਹੀ ਆ ਵੀ ਐਤਕੀ ਜਿਹੜਾ ਵੀ ਇੱਥੇ ਅਸੀਂ ਐਮਐਲਏ ਦੇ ਇਲੈਕਸ਼ਨਾਂ ਦੇ ਵਿੱਚ ਕੈਂਡੀਡੇਟ ਲਿਆਉਣਾ ਉਹ ਜੈਤੋ ਹਲਕੇ ਨਾਲ ਸੰਬੰਧਿਤ ਹੀ ਲੈ ਕੇ ਆਉਣਾ। ਤੁਸੀਂ 2022 ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਹੈਗੇ ਐਮਐਲਏ ਦੇ ਕੈਂਡੀਡੇਟ, ਤੁਸੀਂ ਭਰੋਗੇ ਆਪਣਾ ਨਾਮ? ਹਾਂਜੀ, ਮੈਨੂੰ ਤਾਂ 25 ਸਾਲ ਹੋ ਗਏ ਜੀ ਮਿਹਨਤ ਕਰਦੇ ਨੂੰ।
ਬੱਚਾ ਸਾਨੂੰ ਜਾਣਦਾ, ਪਿੰਡਾਂ ਦੇ ਵਿੱਚ ਜਾਣਦਾ, ਪਿੰਡਾਂ ਦੇ ਮੈਂ ਕਹਿੰਦਾ ਵੀ ਜਵੇਦ ਅਖਤਰ ਆ ਜਿਹੜੀ ਸਦੀਕ ਸਾਹਿਬ ਦੀ ਬੇਟੀ, ਉਹ ਮੇਰੇ ਨਾਲ ਹੈ, ਜਾਂ ਸਦੀਕ ਸਾਹਿਬ ਦੇ ਜਵਾਈ ਸਾਹਿਬ ਆ ਜਿਹੜੇ, ਉਹ ਮੇਰੇ ਨਾਲ ਬੈਠ ਕੇ ਭਲਾ ਦੀ ਕਿਤੇ ਮਰਜ਼ੀ ਗੱਲ ਕਰਨਾ। ਮੈਂ ਹਰ ਇੱਕ ਪਿੰਡ 'ਚ 50-50 60-60 ਬੰਦਿਆਂ ਦੇ ਨਾਂ ਗਿਣਾ ਦੂੰਗਾ, ਤੇ ਉਹ 2 ਬੰਦਿਆਂ ਦੇ ਨਾਂ ਗਿਣਾ ਕੇ ਦਿਖਾਉਣ। ਪਿੰਡਾਂ ਦੇ ਨਾਂ ਨਹੀਂ ਪੂਰੇ ਆਉਣਾ ਉਹਨਾਂ ਨੇ। ਲੜਾਈ ਕਿਸ ਚੀਜ਼ ਦੀ ਹੈ? ਸਿਰਫ 2022 ਦੀਆਂ ਚੋਣਾਂ ਆਣੀਆਂ ਨੇ, ਉੱਥੇ ਸੀਟ ਦੀ ਦਾਅਵੇਦਾਰੀ ਲੜਾਈ ਆ ਕਿ ਜੈਤੋ ਸ਼ਹਿਰ ਦੇ ਕੰਮਾਂ ਨੂੰ ਲੈ ਕੇ ਲੜਾਈ ਹੈ? ਨਹੀਂ, ਲੜਾਈ ਨਹੀਂ ਗੀ, ਅਸੀਂ ਕਹਿ ਸਕਦੇ ਮਤਭੇਦ ਹੈਗੇ ਆ, ਪਰ ਹਨ ਜਿਹੜੇ ਮੌਜੂਦਾ ਮਤਭੇਦ ਆ ਉਹ ਸਿਰਫ ਇੱਕ ਪ੍ਰਧਾਨਗੀ ਤੱਕ ਆ, ਵੀ ਪ੍ਰਧਾਨ ਉਹ ਬਣਾਉਣਾ ਚਾਹੁੰਦੇ ਆ ਉਸ ਬੰਦੇ ਨੂੰ ਜਿਨ੍ਹਾਂ ਦਾ ਕਾਂਗਰਸ ਨਾਲ ਕੋਈ ਤਾਲੁਕ ਵਾਸਤਾ ਨਹੀਂ ਸੀ, ਠੀਕ ਹੈ ਜੀ, ਉਸ ਨੂੰ ਉਹ ਪ੍ਰਧਾਨ ਬਣਾਉਣਾ ਚਾਹੁੰਦੇ ਆ। ਅਸੀਂ ਉਹ ਸਾਨੂੰ ਮਨਜ਼ੂਰ ਨਹੀਂਗਾ, ਅਸੀਂ ਉਹ ਬਣਾਉਣ ਨਹੀਂ ਦੇਣੇ। ਅਸੀਂ ਚਾਹੁੰਦੇ ਆ ਵੀ ਸਾਡੇ ਵਿੱਚੋਂ ਹੀ ਸਾਡਾ ਕੋਈ ਭਰਾ ਜਿਹੜਾ ਹਨ, ਜਿਵੇਂ ਸਰਜੀਤ ਸਿੰਘ ਬਾਬਾ ਵੈਸੇ ਪ੍ਰਧਾਨ ਚੁਣੇ ਗਏ ਆ, ਉਹਨਾਂ ਨੇ ਉਹਦਾ ਸੰਭਾਲ ਵੀ ਲਿਆ, ਸਾਰਾ ਕੁਝ ਹੋ ਗਿਆ, ਪਰ ਠੀਕ ਹੈ ਇਹਨਾਂ ਨੇ ਕੋਈ ਪਟੀਸ਼ਨ ਵਗੈਰਾ ਉੱਥੇ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ ਆ, ਤੇ ਉਹਦਾ ਕੋਈ ਜਿਹੜਾ ਕੋਈ ਡਿਸੀਜਨ ਆਊਗਾ ਉਹ ਦੇਖੀ ਜਾਊਗੀ, ਉਹਦੇ ਮੁਤਾਬਕ ਚੱਲਾਂਗੇ। ਪਰ ਫਿਲਹਾਲ ਪਾਰਟੀ ਹੈ ਜਿਹੜੀ ਹਾਈ ਕਮਾਨ ਆ ਉਹ ਸਾਰੀ ਸਰਜੀਤ ਸਿੰਘ ਬਾਬਾ ਜੀ ਦੇ ਨਾਲ ਆ, ਸਾਡੇ ਨਾਲ ਆ। ਅੱਛਾ, ਕਿਹੜੇ ਗੱਲਾਂ ਦੇ ਉੱਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਦੇ ਬੇਟੀ ਹੋ ਗਈ ਤਾਂ ਜਵਾਈ ਜੋ ਹੈਗੇ ਨੇ ਇੰਟਰਫੇਅਰ ਕਰਦੇ ਨੇ? ਕਿਹੜੀਆਂ ਉਹ ਗੱਲਾਂ ਨੇ ਇੰਟਰਫੇਅਰ ਕਰਦੇ ਨੇ ਜਿਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਪੁਰਾਣੇ ਕਾਂਗਰਸੀ ਉਹਨਾਂ ਦਾ ਸਾਥ ਨਹੀਂ ਦੇਣਗੇ? ਹਾਂਜੀ, ਇੰਟਰਫੇਅਰ ਤਾਂ ਇਹੀ ਹੈ ਜੀ, ਹੁਣ ਸਾਰੇ ਕਿਤੇ ਜਿੱਥੇ ਕਿਤੇ ਕੋਈ ਉਦਘਾਟਨ ਕਰਨਾ, ਜਿੱਥੇ ਕੋਈ ਪ੍ਰੋਗਰਾਮ ਹੁੰਦਾ ਪਾਰਟੀ ਦਾ, ਉਹ ਮੂਹਰੇ ਹੁੰਦੇ ਆ, ਤਕਰੀਬਨ ਉਹ ਹੋ ਜਾਂਦੇ ਆ ਮੂਹਰੇ। ਕੋਈ ਜਿਹੜੇ ਵੀ ਉੱਥੋਂ ਜਿਹੜੇ ਸਾਡੇ ਅੱਗੇ ਕੋਈ ਪੁਰਾਣੇ ਕਾਂਗਰਸੀ ਆ, ਮੈਂ ਨਹੀਂ ਇਕੱਲਾ, ਸਾਰੇ ਹੀ ਜਿੰਨੇ ਵੀ ਹੈਗੇ ਆ, ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ। ਜਿੱਥੇ ਕਿਤੇ ਕੋਈ ਉਦਘਾਟਨ ਹੁੰਦਾ ਉਹ 4 ਬੰਦਿਆਂ ਨੂੰ ਫੋਨ ਲਾਉਂਦੇ ਆ ਜਿਹੜੇ ਆਪਦੇ ਦਾਇਰੇ ਦੇ ਵਿੱਚ ਹੈਗੇ ਆ, ਦੂਜੇ ਨੂੰ ਕਿਸੇ ਨੂੰ ਪੁੱਛਣਾ ਤੱਕ ਨਹੀਂ ਕਿ ਉਹਨਾਂ ਨੇ। ਤੇ ਉਹ ਕਾਂਗਰਸ ਦੁਖੀ ਆ ਜੀ ਇਹਨਾਂ ਤੋਂ, ਇਹ ਕਿਸੇ ਦੇ ਕੁਛ ਪੱਲੇ ਨਹੀਂ ਪਾਉਂਦੇ ਜਨਾਬ। ਇਹ ਬਸ ਇਹਨਾਂ ਦਾ ਕੰਮ ਤਾਂ ਇਹ ਵੀ ਜਿਹੜਾ ਕੋਈ 4 ਛਿੱਲੜ ਦਿੰਦਾ ਉਹਨਾਂ ਦੀ ਗੱਲ ਕਰਦੇ, ਨਵਾਂ ਪੁਰਾਣਾ ਇਹਨਾਂ ਵਾਸਤੇ ਕੋਈ ਮਹਿਣਾ ਹੀ ਨਹੀਂ ਰੱਖਦਾ, ਨਾ ਇਹਨਾਂ ਨੂੰ ਟਿਕਟ ਮਿਲਣੀ ਹੈ ਜੀ। ਇਹਦਾ ਜਿਹੜਾ ਜਵਾਈ ਆ, 20 ਬੰਦਿਆਂ ਦੇ ਨਾਂ ਦੱਸਦੇ ਸਾਨੂੰ ਇਲਾਕੇ ਦੇ ਵਿੱਚ, 5-4 ਜਣੇ ਜਿਹੜੇ ਨਾਲ ਲਈ ਫਿਰਦਾ, ਆਲੇ ਦੁਆਲੇ ਜਿਹੜੇ ਉਹਨੂੰ ਕਰਦੇ, ਉਹਨੂੰ ਪੈਸਾ ਧੇਲਾ ਦਵਾਉਂਦੇ, ਉਹਨਾਂ ਨੂੰ ਲਈ ਫਿਰਦਾ। ਸਾਰੀ ਦੁਨੀਆ ਦੁਖੀ ਇਹਨਾਂ ਤੋਂ। ਲੱਗਦਾ ਫਿਰ ਤੁਹਾਨੂੰ ਜਦੋਂ ਗੱਲ ਆਪਾਂ ਟਿਕਟਾਂ ਦੀ ਕਰਦੇ ਹਾਂ 2022 ਦੀ, ਜਿਵੇਂ ਇਹਨਾਂ ਨੇ ਵੀ ਗੱਲ ਕਹੀ ਹੈ 17 ਦੇ ਵਿੱਚ ਇਹਨਾਂ ਨੇ ਟਿਕਟ ਅਪਲਾਈ ਕੀਤੀ, ਹੁਣ 22 ਆ ਗਿਆ, ਟਿਕਟ ਦੀ ਲੜਾਈ ਮੰਨੀ ਜਾਵੇ ਕਿ ਜੈਤੋ ਸ਼ਹਿਰ ਦੇ ਵਿੱਚ ਕੰਮ ਹੋਣੇ ਉਹਦੀ ਲੜਾਈ ਮੰਨੀ ਜਾਵੇ ਕਿ ਆਪਸੀ ਖਿੱਚੋਤਾਣੀ ਉਹਦੀ ਲੜਾਈ ਮੰਨੀ ਜਾਵੇ? ਨਹੀਂ ਜੀ, ਲੜਾਈ ਮੇਨ ਤਾਂ ਇਹ ਰਹੂਗੀ ਵੀ ਸਦੀਕ ਸਾਹਿਬ ਕਿ ਇਹਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਸਾਡੇ ਹਰ ਵਾਰੀ ਬਦਲ ਕੇ ਆਉਂਦਾ, ਕੋਈ ਨਵਾਂ ਆ ਜੇ, ਵਧੀਆ ਆ ਜੇ, ਅਸੀਂ ਉਹਦੇ ਨਾਲ ਦਿਲੋਂ ਚੱਲਾਂਗੇ, ਇਹਨਾਂ ਨਾਲ ਨਹੀਂ ਚੱਲਦੇ। ਇਹਨਾਂ ਨੇ ਧੋਖਾ ਕੀਤਾ ਲੋਕਾਂ ਨਾਲ। ਤਾਂ ਫਿਰ ਤੁਹਾਨੂੰ ਕੀ ਲੱਗਦਾ ਟਿਕਟ ਦਾ ਦਾਅਵੇਦਾਰ ਕੌਣ ਹੋ ਸਕਦਾ? ਇਹ ਤਾਂ ਹਾਈ ਕਮਾਂਡ ਦਾ ਫੈਸਲਾ ਜੀ, ਕਿਸੇ ਨੂੰ ਲਾ ਸਕਦੇ। ਉਹੀ ਜੇ ਹਾਈ ਕਮਾਂਡ ਨੇ ਉਹਨਾਂ ਨੂੰ ਲਾਤਾ ਫਿਰ ਅਸੀਂ ਉਹਨਾਂ ਦੇ ਉਲਟ ਚੱਲਾਂਗੇ, ਬਿਲਕੁਲ ਉਲਟ। ਕਾਂਗਰਸ ਦੇ ਖਿਲਾਫ ਜਾਓਗੇ ਫਿਰ? ਕਾਂਗਰਸ ਦੇ ਕੋਲ ਇੱਥੇ ਸਦੀਕ ਕੇ ਖਿਲਾਫ ਜਾਣਾ ਜੀ, ਜਦੋਂ ਸਾਨੂੰ ਸਮਝਦੇ ਕੁਛ ਨਹੀਂ। ਨੁਕਸਾਨ ਤਾਂ ਪਾਰਟੀ ਦਾ ਹੋਊਗਾ ਨਾ, ਸਦੀਕ ਵੀ ਕਾਂਗਰਸ ਨਾਲ ਜੁੜੇ ਨਾ। ਨਹੀਂ, ਸਾਨੂੰ ਪਤਾ ਹੀ, ਸਾਡੀ ਗੱਲ ਹੋਈ, ਅਸੀਂ ਜਖੜ ਸਾਹਿਬ ਨੂੰ ਮਿਲੇ, ਅਸੀਂ ਦੱਸਿਆ, ਇਹਦੀ ਮਦਦ ਕੀਤੀ ਆ 2 ਵਾਰ, ਤੇ ਹੁਣ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇਹਨੂੰ ਟਿਕਟ ਨਹੀਂ ਦਿੰਦੇ, ਤੁਸੀਂ ਬੇਫਿਕਰ ਹੋ ਕੇ ਇਲਾਕੇ ਵਿੱਚ ਕੰਮ ਕਰੋ। ਹਾਂਜੀ, ਹੋਰ ਕਿਹੜੇ ਚੀਜ਼ਾਂ ਦੇ ਵਿੱਚ ਉਹ ਮੁਹੰਮਦ ਸਦੀਕ ਜਿਹੜੇ ਇੰਟਰਫੇਅਰ ਕਰਦੇ ਨੇ? ਠੀਕ ਹੈ, ਹਲਕੇ ਦੇ ਐਮਪੀ ਨੇ, ਉਹਨਾਂ ਬਿਨਾਂ ਦਾ ਸ਼ਾਇਦ ਗ੍ਰਾਂਟ ਵਗੈਰਾ ਆਉਂਦੀ ਹੋਏਗੀ, ਪੈਸੇ ਵੀ ਲਗਾਉਂਦੇ ਹੋਣਗੇ, ਪਰ ਇੰਟਰਫੇਅਰ ਕਰਨਾ ਜੋ ਉਹਨਾਂ ਦਾ, ਉਹ ਵੀ ਕਹਿ ਸਕਦੇ ਵੀ ਮੈਂ ਤਾਂ ਉਹਦਾ ਕੰਮ ਕਰ ਰਿਹਾ, ਤੁਸੀਂ ਕਹਿ ਲਓਗੇ ਵੀ ਇੰਟਰਫੇਅਰ ਕਰਦੇ ਨੇ? ਨਹੀਂ, ਇੰਟਰਫੇਅਰ ਨਹੀਂ ਆਪਾਂ ਕਹਿ ਸਕਦੇ। ਚਲੋ ਮੈਂ ਹਲਕੇ ਦੇ ਆਪਣੇ ਲੋਕ ਸਭਾ ਹਲਕਾ ਫਰੀਦਕੋਟ ਦੇ ਉਹ ਮੈਂਬਰ ਪਾਰਲੀਮੈਂਟ ਨੇ, 9 ਵਿਧਾਨ ਸਭਾ ਹਲਕੇ ਆ ਉਹਨਾਂ ਦੇ ਅੰਡਰ 'ਚ, ਉਹਨਾਂ ਸਾਰੇ ਕਿਤੇ ਕੰਮ ਕਰਨਾ, ਪਰ ਜ਼ਿਆਦਾ ਪਰਿਵਾਰ ਦਾ ਜਾਨੀ ਕਿ ਇੰਟਰਫੇਅਰ ਕਹਿ ਸਕਦੇ ਆ। ਸਦੀਕ ਸਾਹਿਬ ਨੂੰ ਤਾਂ ਆਉਣਾ ਜਾਣਾ ਹੀ ਆ। ਕਾਂਗਰਸ ਪਰਿਵਾਰ ਨੂੰ ਮੰਨਦਾ ਹੀ ਨਹੀਂ, ਉਹ ਤਾਂ ਕਹਿੰਦੇ ਵੀ ਅਸੀਂ ਇੱਕ ਘੱਟ 2 ਟਿਕਟਾਂ ਦਿੰਦੇ ਹੀ ਨਹੀਂ। ਹਾਂ, ਅਸੀਂ ਵੀ ਕਹਿੰਦੇ ਆ ਵੀ ਨਹੀਂ ਦਿੰਦੇ, ਪਰ ਜਿਹੜਾ ਹੁਣ ਉਹ ਜਿਹੜੇ ਹਿਸਾਬ ਨਾਲ ਚੱਲ ਰਹੇ ਆ, ਫਲੈਕਸ ਲਾ ਰਹੇ ਆ, ਹੋਰ ਕਰ ਰਹੇ ਆ, ਉਹਦੇ ਮੁਤਾਬਕ ਤਾਂ ਇਹੀ ਆ ਵੀ ਉਹ ਆਪਣੇ ਆਪ ਨੂੰ ਮੰਨੀ ਬੈਠੇ ਆ ਵੀ ਮੇਰੀ ਬੇਟੀ ਤਾਂ ਐਮਐਲਏ ਹੈਗੀ ਆਉਣ ਵਾਲੇ ਟਾਈਮ ਦੇ ਵਿੱਚ, ਜਿਹੜੀ ਕਿ ਇੱਥੋਂ ਦੇ ਕਾਂਗਰਸ ਨੂੰ ਤਾਂ ਮਨਜ਼ੂਰ ਹੀ ਨਹੀਂ ਗੀ। ਮੁੱਖ ਦੀ ਗੱਲ ਹੈ, ਤੁਸੀਂ ਟਿਕਟ ਨਹੀਂ ਲੈਣ ਦੇਣੀ ਉਹਨਾਂ ਨੂੰ? ਨਹੀਂ, ਟਿਕਟ ਤਾਂ ਅਸੀਂ ਜਿੱਥੋਂ ਤੱਕ ਜ਼ੋਰ ਹੋਇਆ ਸੰਭਵ ਹੈ, ਕਿਉਂਕਿ ਹਰ ਇੱਕ ਬੰਦੇ ਨੇ ਕੋਸ਼ਿਸ਼ ਕਰਨੀ ਹੁੰਦੀ ਆ। ਅਸੀਂ ਕੋਸ਼ਿਸ਼ ਕਰਾਂਗੇ, ਪਾਰਟੀ ਤੋਂ ਪਾਸੇ ਨਹੀਂ ਹੁੰਦੇ, ਅਸੀਂ ਪਾਰਟੀ ਦੇ ਨਾਲ ਹੀ ਰਹਾਂ, ਪਰ ਅਸੀਂ ਜਿੰਨੇ ਸਾਨੂੰ ਆਪਦੇ ਆਪ ਤੇ ਪੂਰਾ ਵਿਸ਼ਵਾਸ ਆ ਵੀ ਅਸੀਂ ਟਿਕਟ ਲੈਣ ਨਹੀਂ ਦਿੰਦੇ। ਅੱਛਾ, ਚਲੋ ਮੰਨ ਲਈ ਟਿਕਟ ਦੇ ਦਿੱਤੀ, ਫਿਰ ਕੀ ਕਰੋਗੇ? ਵਿਰੋਧ ਕਰੋਗੇ ਕਿ ਨਾਲ ਹੀ ਨਹੀਂ ਚੱਲੋਗੇ ਕਾਂਗਰਸ ਪਾਰਟੀ ਦੇ? ਨਹੀਂ, ਮੈਂ ਤੁਹਾਨੂੰ ਦੱਸਿਆ ਵੀ ਸਾਡੀ ਹਾਈ ਕਮਾਂਡ ਤੱਕ ਗੱਲ ਹੋ ਚੁੱਕੀ ਆ। ਸਾਡੇ ਜਿਹੜੇ ਕਾਂਗਰਸ ਪਾਰਟੀ ਦੀ ਪਾਲਿਸੀ ਆ, ਜਿਹਦੇ ਵਿੱਚ ਇਹ ਆ ਵੀ ਪਰਿਵਾਰ 'ਚ 2 ਟਿਕਟਾਂ ਕਿਸੇ ਪਰਿਵਾਰ ਨੂੰ ਇੱਕ 'ਚ ਮਿਲਣੀਆਂ ਨਹੀਂ, ਇਸ ਕਰਕੇ ਉਹਨੂੰ ਮਿਲਣੀ ਨਹੀਂ, ਟਿਕਟ ਹੀ ਨਹੀਂ ਮਿਲਣੀ ਜੀ। ਜੇ ਕੈਪਟਨ ਸਾਹਿਬ ਦੇ ਕਹਿੰਦੇ ਵੀ ਤੁਸੀਂ ਹੁਣ ਚੱਲਣਾ? ਨਹੀਂ, ਕੈਪਟਨ ਸਾਹਿਬ ਦੇ ਤਾਂ ਚੱਲਾਂਗੇ। ਟਿਕਟ ਤਾਂ ਉਹਨਾਂ ਨੇ ਦੇਣੀ ਨਾ, ਉਹਦੇ ਤੁਸੀਂ ਹਾਈ ਕਮਾਂਡ ਦੀ ਗੱਲ ਕੀਤੀ, ਦੇ ਦਿੰਦੇ ਟਿਕਟ, ਫਿਰ ਕੀ ਕਰੋਗੇ? ਜੇ ਤੁਹਾਨੂੰ ਹੀ ਸਵਾਲ ਪੁੱਛ ਲੈ ਵੀ ਟਿਕਟ ਦੇ ਦੀ, ਤੁਸੀਂ ਕੀ ਕਰੋਗੇ? ਅਸਲ ਗੱਲ ਪਤਾ ਨਹੀਂ, ਕੀ ਫਿਰ ਮੌਕੇ ਤੇ ਵੇਖਾਂਗੇ ਜੀ, ਜਿਵੇਂ ਬਣਦਾ ਹੋਇਆ। ਸਾਹਿਬ ਆਪ ਤਾਂ ਆਉਂਦੇ ਨਹੀਂ, ਉਹਨੇ ਆਪਦੇ ਜਵਾਈ ਨੂੰ ਇਹ ਹਲਕਾ ਦਾਜ ਦਿੱਤਾ ਵੀ ਜੋ ਮਰਜ਼ੀ ਕਰੀ ਜਾ, ਆਪ ਉਹ ਆਉਂਦਾ ਨਹੀਂ। ਅੱਛਾ, ਆਪ ਇੱਥੇ ਆਉਂਦੇ ਨਹੀਂ ਮੁਹੰਮਦ? ਨਹੀਂ, ਚਲੋ ਗੇੜਾ ਮਾਰਦੇ ਆ, ਜਾਣੀ ਕਿ ਸਦੀਕ ਸਾਹਿਬ ਦਾ ਉਹਨਾਂ ਦਾ ਜਵਾਈ ਆ, ਉਹੀ ਜ਼ਿਆਦਾ ਹੈਗੇ ਇੱਥੇ ਵਿਚਰਦੇ, ਉਹੀ ਆ, ਉਹ ਤੁਰੇ ਫਿਰਦੇ ਆ, ਤੇ ਉਹ ਆਪਦੇ ਮੁਤਾਬਕ ਕਰੀ ਜਾਂਦੇ ਆ ਕੰਮ ਜਿਵੇਂ ਹੈਗਾ, ਕਿਉਂਕਿ ਉਹ ਕੋਈ ਕਾਂਗਰਸੀ ਤਾਂ ਹੈ ਨਹੀਂ ਬਾਹਲੇ ਪੁਰਾਣੇ। ਜਦੋਂ ਭਦੌੜ 'ਚ ਇਲੈਕਸ਼ਨ ਲੜੇ ਉਦੋਂ ਨਾਲ ਉਹਨਾਂ ਦੇ ਬਤੌਰ ਉਹਨਾਂ ਨੇ ਪੀਏ ਕੰਮ ਸ਼ੁਰੂ ਕੀਤਾ ਸੀ, ਬਸ ਉਹ ਚੱਲੀ ਜਾਂਦਾ ਉਵੇਂ। ਅੱਛਾ, ਕਿਸਾਨਾਂ ਨਾਲ ਖੜੇ ਨੇ ਮੁਹੰਮਦ ਸਦੀਕ ਇੱਥੇ?
ਦੇਖੋ ਜੀ, ਇੱਥੇ ਵੀ ਇਹ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਡੇ ਇੱਥੇ ਇੱਕ ਐਮਸੀ ਆ ਜਿਹੜਾ ਬੀਜੇਪੀ ਦਾ ਜਿੱਤਿਆ ਹੋਇਆ। ਸਾਰੇ ਪੰਜਾਬ ਦੇ ਵਿੱਚ, ਖਾਸ ਕਰਕੇ ਵੈਸੇ ਤਾਂ ਹਿੰਦੁਸਤਾਨ ਦੇ ਵਿੱਚ ਹੀ, ਖਾਸ ਕਰਕੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਅੱਜ ਸਭ ਨਾਲੋਂ ਮਾੜੀ ਪਾਰਟੀ ਗਿਣਿਆ ਜਾਂਦਾ। ਤੇ ਜਿਹੜਾ ਬੀਜੇਪੀ ਦਾ ਵਰਕਰ ਆ ਉਹਨੂੰ ਪੂਰੀ ਐ ਬੁਰੀ ਨਿਗਾਹ ਨਾਲ ਦੇਖਿਆ ਜਾਂਦਾ ਵੀ ਨਹੀਂ। ਪਰ ਸਦੀਕ ਸਾਹਿਬ ਉਹਦੀ ਮਦਦ ਲੈ ਰਹੇ ਆ। ਉੱਥੋਂ ਦਾ ਜਿਹੜਾ ਸਾਡੇ ਜੈਤੋ ਦਾ ਇੱਥੋਂ ਇੱਕ ਐਮਸੀ ਆ ਬੀਜੇਪੀ ਦਾ, ਉਹ ਕੱਲ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਵੀ ਉਹਨਾਂ ਨੇ ਮੂਹਰੇ ਕਰਕੇ ਬਿਠਾਇਆ। ਕਿਸ ਚੀਜ਼ ਦੀ ਮਦਦ ਲੈ ਦੇਣੀ, ਕਿਸ ਚੀਜ਼ ਦੀ ਮਦਦ? ਪ੍ਰਧਾਨਗੀ ਵਾਸਤੇ। ਜਿਹੜਾ ਅਕਾਲੀ ਦਲ ਦਾ ਬੰਦਾ ਜਿਹਨੂੰ ਇਹ ਪ੍ਰਧਾਨ ਬਣਾਉਣਾ ਚਾਹੁੰਦੇ ਆ, ਉਹਦੀ ਮੈਸੇਜ ਨੂੰ ਕਾਂਗਰਸ ਤੋਂ ਸੀਟ ਤੇ ਜਿਤਾ ਕੇ ਉਹਦੇ ਵਾਸਤੇ ਮਦਦ ਲੈਣਾ ਚਾਹੁੰਦੇ ਆ ਉਹ ਬੀਜੇਪੀ ਵਾਲੇ ਤੋਂ, ਨਾਲ ਆ ਉਹ ਬੀਜੇਪੀ ਵਾਲਾ ਉਹਨਾਂ ਦੇ। ਤੇ ਲੱਗਦਾ ਵੀ ਕਿਸਾਨੀ ਦੇ ਹੱਕ ਵਿੱਚ ਆਏ ਨੇ, ਕੋਈ ਗੱਲਬਾਤ ਹੋਈ ਹੈ? ਮੁਹੰਮਦ ਸਦੀਕ ਆਏ ਨੇ, ਕਿਸਾਨਾਂ ਨੂੰ ਮਿਲਣੇ ਇਸ ਏਰੀਆ ਦੇ ਵਿੱਚ? ਨਹੀਂ, ਮੇਰੇ ਹਿਸਾਬ ਨਾਲ ਤਾਂ ਕਿਸਾਨਾਂ ਦੇ ਮੁੱਦੇ ਨਾਲ ਤੇ ਨਾ ਤਾਂ ਉਹਨਾਂ ਦਾ ਕੋਈ ਤਾਲਮੇਲ ਹੈਗਾ, ਨਾ ਹੀ ਉਹਨਾਂ ਨੇ ਕੋਈ ਗੱਲਬਾਤ ਕੀਤੀ ਹੈ। ਉਹਨੇ ਬਿਆਨ ਦਿੱਤਾ ਸੀ, ਮੈਂ ਕਹਿੰਦੇ ਮੇਰੇ ਮੋਢਾ ਉੱਤਰ ਗਿਆ, ਤੇ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਜਾਣ ਹੀ ਕਿਸੇ ਗੱਲ ਦਾ ਹੀ ਨਹੀਂ ਪਤਾ ਜੀ, ਉਹਨਾਂ ਨੇ ਆਉਣਾ ਕੀ, ਕਿਸੇ ਗੱਲ ਦੀ ਸਮਝ ਹੀ ਹੈ ਨਹੀਂ। ਉਹਦਾ ਮੋਢਾ ਉੱਤਰ ਗਿਆ ਸੀ ਨਾ, ਕਹਿੰਦੇ ਵੀ ਮੈਂ ਮੋਢਾ ਉੱਤਰ ਗਿਆ। ਮੋਢਾ ਮਾਡਾ ਕਿੱਥੋਂ ਉਤਰਿਆ ਜੀ, ਉਹਦਾ ਝੂਠ ਆ ਸਾਰੇ। ਐਵੇਂ ਹੁਣ ਮੈਂ ਕਾਹੇ ਜੋਗਾ ਨਹੀਂ ਤਾਂ ਮੈਂ ਐਵੇਂ ਕਰ, ਮੇਰੀ ਲੱਤ ਦੋਦੀ ਬਾਂਹ ਦੋਦੀ, ਉਹਦਾ ਡਰਾਮੇ ਆ ਜੀ ਸਾਰੇ, ਜੋ ਸਮਝ ਹੀ ਨਹੀਂ ਕਿਸੇ ਗੱਲ ਦੀ। ਤੇ ਸਾਡੀ ਗੱਲ ਬਾਤ ਸੁਣੀ ਹੈ, ਪਾਰਟੀ ਨੂੰ ਲੈ ਕੇ ਜਿਸ ਤਰੀਕੇ ਨਾਲ ਅਲੱਗ-ਅਲੱਗ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਗੁੱਸੇ ਬਹੁਤ ਨੇ ਕਾਂਗਰਸ ਦੇ ਵਿੱਚ, 2 ਅਸਤੀਫੇ ਵੀ ਹੋ ਜਾਂਦੇ ਨੇ ਵੱਡੇ ਮੰਤਰੀਆਂ ਦੇ। ਉਸ ਵਕਤ 2022 ਦੀਆਂ ਚੋਣਾਂ ਨੇੜੇ ਨੇ, ਪਰਿਵਾਰ ਨੂੰ ਲੈ ਕੇ ਵੀ ਲਗਾਤਾਰ ਹੀ ਚਰਚਾ ਚੱਲਦੀ ਸੀ। ਕਾਂਗਰਸ ਪਾਰਟੀ ਕਹਿੰਦੀ ਸੀ ਕਿ ਇੱਕ ਪਰਿਵਾਰ ਦੇ ਵਿੱਚ ਅਸੀਂ 2 ਟਿਕਟਾਂ ਨਹੀਂ ਦੇਣੀਆਂ। ਹੁਣ ਦੇਖਾਂਗੇ ਕਿ ਜੈਤੋ ਦੇ ਜਦੋਂ ਅੱਗੇ ਜਾ ਕੇ 2022 ਚ ਇਲੈਕਸ਼ਨ ਆਣਗੇ, ਜੈਤੋ ਨੂੰ ਕਿਹੜੇ ਬੰਦੇ ਨੂੰ ਟਿਕਟ ਜਾਊਗੀ, ਕੀ ਵਿਰੋਧ ਹੋਊਗਾ? ਕਿਉਂਕਿ ਇਹਨਾਂ ਨੇ ਸਾਫ਼ ਕਹਿਤਾ ਹੈ ਕਿ ਸਾਡੀ ਹਾਈ ਕਮਾਨ ਨਾਲ ਗੱਲ ਹੋ ਗਈ, ਅਸੀਂ ਮੁਹੰਮਦ ਸਦੀਕ ਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਜੈਤੋ ਤੋਂ ਚੋਣਾਂ ਨਹੀਂ ਲੜਨ ਦੇਵਾਂਗੇ। ਫਿਰ ਬਗਾਵਤ ਹੋਏਗੀ ਕਾਂਗਰਸ ਪਾਰਟੀ ਦੇ ਵਿੱਚ ਜੈਤੋ 'ਚ। ਤਾਂ ਨਾਲ ਤੁਸੀਂ ਸਾਡੇ ਜੁੜੇ ਰਹਿਣਾ ਪੰਜਾਬ ਨਿਊਜ਼ ਦੇ। ਪੰਜਾਬ ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।